ਮੇਰੇ ਕੋਲ ਮੇਰੇ ਕਸਟਮਰ ਆਉਂਦੇ ਸੀ, ਪੈਟਰੋਲ ਮਹਿੰਗਾ ਹੋਣ ਕਰਕੇ ਉਹ ਮੇਰੇ ਕੋਲ ਕਾਰਬੋਰੇਟਰ ਦੀ ਸੈਟਿੰਗ ਕਰਵਾਉਣ ਆਉਂਦੇ ਸੀ, ਜਿਹਦੇ ਨਾਲ ਵੱਧ ਤੋਂ ਵੱਧ ਕਿਲੋਮੀਟਰ ਚੱਲ ਸਕੇ। ਕਾਫੀ ਸਰਚ ਕਰਨ ਤੋਂ ਬਾਅਦ ਇੱਕ ਗੈਸ ਕਿੱਟ ਦਾ ਆਈਡੀਆ ਆ, ਕਿਉਂਕਿ ਜਿਹੜੀ LPG ਗੈਸ ਆ ਬਹੁਤ ਘੱਟ ਖਰਚਾ ਆਉਂਦਾ ਉਹਦਾ। ਉਹ ਜਦ ਹੀ ਮੈਂ ਉਹ ਲਗਾਉਣੀ ਸ਼ੁਰੂ ਕੀਤੀ ਆ, 70% ਕਸਟਮਰ ਦੇ ਪੈਸੇ ਬਚਣੇ ਸ਼ੁਰੂ ਹੋ ਗਏ। ਕਸਟਮਰ ਖੁਸ਼ ਆ, ਸਮੂਥ ਡਰਾਈਵਿੰਗ ਕਰਦਾ, ਸਮੂਥ ਰਨਿੰਗ ਆ, ਬਿਲਕੁਲ ਪੈਟਰੋਲ ਦੀ ਤਰ੍ਹਾਂ 1 ਲੀਟਰ ਨਾਲ ਮਿਨੀਮਮ ਸਪਲੈਂਡਰ ਪਲੈਟੀਨਾ 100+ ਐਵਰੇਜ ਦੇ ਰਿਹਾ। सौ तो प्लस एवरेज दे रहे हैं, जिमें प्लैटिना तो 120 के लगभग दे रहे हैं, जो स्पलैंडर आ वो भी 100 तो प्लस एवरेज दे रहे हैं। मैं पल्सर 180 से दी, वो भी 75-80 की एवरेज दे रहा। इंजन जो तुम स्टार्ट करते हो उस तो बाद ये वैकम आता, वैकम जो आता उस तो बाद गैस जानी शुरू होंगी। अदरवाइज तुम जो भी इंजन ऑफ कर देंगे हो तो इनू वैकम की सुविधा बंद हो जाती तो अपना ये गैस बंद हो जाती है। ये स्पलैंडर 2007 मॉडल सी जी, ये सिर्फ 45 तो 50 की लोकल एवरेज कढ़दा सी। हुण ये कम से कम 90 तो उपर 95, 90, 95, 100 के करीब चलता है। ਜਿਹੜੇ ਵੀ ਲੋਕ ਮਹਿੰਗਾਈ ਨਾਲ ਜੂਝ ਰਹੇ ਆ ਇਸ ਟਾਈਮ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ, ਉਸ ਦੇ ਮੁਤਲਕ ਬਹੁਤ ਹੀ ਵਧੀਆ ਚੀਜ਼ ਆ। ਸਹੀ ਤਰੀਕੇ ਨਾਲ ਇੰਸਟਾਲ ਕੀਤਾ ਜਾਵੇ ਤੇ ਮਜ਼ੇ ਲਓ, ਜਿੰਨੇ ਮਰਜ਼ੀ ਚਲਾਓ। ਸਭ ਤੋਂ ਜ਼ਿਆਦਾ ਤੇ ਅੱਗ ਪੈਟਰੋਲ ਨੂੰ ਪੈਂਦੀ ਆ, ਫਿਰ ਪੈਟਰੋਲ ਦੀ ਨਾਲੀ ਵੀ ਇੰਜਨ ਨੂੰ ਲੱਗੀ ਹੋਈ ਆ। ਇਹ ਕਰਕੇ ਪਿਸਟਨ ਤੇ ਵਾਲਾਂ ਦੇ ਵਿੱਚ ਜਿਹੜਾ ਗੈਪ ਹੁੰਦਾ ਨਾ, ਉਹਦੇ ਵਿੱਚ ਹੀ ਅੱਗ ਲੱਗਣੀ ਹੁੰਦੀ ਆ, ਨਾ ਉੱਪਰ ਜਾਣੀ ਆ ਨਾ ਥੱਲੇ ਜਾਣੀ ਆ। ਦੀ ਸਰਵਿਸ ਦਾ ਇਹ ਝੰਜਟ ਬਹੁਤ ਘੱਟ ਰਿਹਾ ਗਿਆ, ਕਿਉਂਕਿ ਉਹ ਪਹਿਲਾਂ ਜਿਹੜੇ ਅੱਜ ਤੋਂ ਪੁਰਾਣੇ ਸੀਗੇ ਉਹਨਾਂ ਦੇ ਵਿੱਚ ਨਾ ਸਵਿਚ ਲੱਗੇ ਹੋਏ ਸੀਗੇ, ਉਹ ਸਵਿਚ ਆਨ ਕਰਕੇ ਰੱਖਣਾ ਪੈਂਦਾ ਹੈ ਤੇ ਫਿਰ ਗੈਸ ਅੰਦਰ ਆਉਂਦੀ ਸੀ। ਇਹਦੇ ਵਿੱਚ ਸੈਂਸਰ ਲੱਗਾ ਆ, ਇਹ ਜੋ ਵੈਕਮ ਦੇ ਥਰੂ ਲੱਗਦੀ ਆ, ਇਹਦੀ ਨਾਮਾਤਰ ਸਰਵਿਸ ਆ। ਸਪਲੈਂਡਰ ਭਾਜੀ ਜਿਹੜਾ 70-75 ਦੀ ਐਵਰੇਜ ਦਿੰਦਾ ਸੀਗਾ, ਉਹ 120 ਦੇ ਲਗਭਗ ਦੇਣ ਲੱਗ ਗਿਆ ਜੀ। ਉਹਦੇ ਵਿੱਚ ਉਹ 103 ਰੁਪਏ ਨਾਲ ਕੱਢਦਾ ਸੀਗਾ, ਇਹ ਆਪਾਂ ਨੂੰ 55-56 ਰੁਪਏ ਨਾਲ ਕੱਢਣ ਲੱਗ ਗਿਆ। ਆਪਣੀ ਇੱਕ ਤਾਂ ਉਧਰੋਂ ਤੇ 35-40% ਆਪਾਂ ਨੂੰ ਪੈਸੇ ਉਧਰੋਂ ਬਚ ਗਏ, ਇੱਕ ਆਪਾਂ ਨੂੰ ਐਵਰੇਜ ਬਚ ਗਏ, ਇਸ ਕਰਕੇ ਆਪਾਂ ਨੂੰ 60 ਤੋਂ 70% ਪੈਸੇ ਸੇਵ ਹੋ ਜਾਂਦੇ ਆਪਣੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ। ਮੈਂ ਹਾਂ ਗੁਰਮੀਤ ਰਾਏ ਅੰਮ੍ਰਿਤਸਰ ਤੋਂ। ਜਿਵੇਂ ਤੁਹਾਨੂੰ ਪਤਾ ਹੀ ਗਾ ਕਿ ਪੈਟਰੋਲ ਦੀਆਂ ਕੀਮਤਾਂ ਹੈਗੀਆਂ, ਡੀਜ਼ਲ ਦੀ ਕੀਮਤਾਂ ਤਕਰੀਬਨ ਅਸਮਾਨ ਛੂੰਹਦੀਆਂ ਨਜ਼ਰ ਆਉਂਦੀਆਂ ਪਈਆਂ ਨੇ। 105 ਰੁਪਏ ਰੇਟ ਜਿਹੜਾ ਹੈਗਾ ਪੈਟਰੋਲ ਦੀ ਗੱਲ ਕਰੀਏ ਤਾਂ ਇੱਦਾਂ ਜਿਹੜਾ ਹੈਗਾ ਹੋ ਗਿਆ ਆ। ਲੇਕਿਨ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਕਿ ਜਦੋਂ ਕਾਂਗਰਸ ਸਰਕਾਰ ਹੈਗੀ ਸੀ ਕਿ BJP ਦੇ ਜਿਹੜੇ ਆਲਾ ਅਧਿਕਾਰੀ ਹੈਗੇ ਸੀ, ਨੇਤਾ ਹੈਗੇ ਸੀ, ਉਹਨਾਂ ਵੱਲੋਂ ਜਿਹੜਾ ਗੱਲ ਸੀ ਰੋਸ ਪ੍ਰਗਟ ਕੀਤਾ ਜਾਂਦਾ ਸੀ ਕਿ ਪੈਟਰੋਲ ਜਿਹੜਾ ਹੈਗਾ ਆ ਬਹੁਤ ਰੇਟ ਉਹ ਵੱਧਦਾ ਨਹੀਂ ਰਿਹਾ ਹੈਗਾ ਆ। ਲੇਕਿਨ ਜਦੋਂ ਦੀ BJP ਸਰਕਾਰ ਆਈ ਆ ਕਿ BJP ਦੇ ਵਿੱਚ ਤਕਰੀਬਨ ਅੱਜ ਦਾ ਜੀ ਆਪਾਂ ਰੇਟ ਦੀ ਗੱਲ ਕਰੀਏ ਕਿ 105 ਰੁਪਏ ਰੇਟ ਜਿਹੜਾ ਹੈਗਾ ਪੈਟਰੋਲ ਦਾ ਰੇਟ ਹੋ ਚੁੱਕਾ ਹੈਗਾ। ਉਹ ਕਾਂਗਰਸੀਆਂ ਵੱਲੋਂ ਜਿਹੜਾ ਹੈਗਾ ਆ, ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਸੀ ਚੂੜੀਆਂ ਵੀ ਦਿਖਾਈਆਂ ਜਾ ਰਹੀਆਂ ਸੀ। ਉਹ ਜਿਹੜੀਆਂ ਗੱਡੀਆਂ ਖਟਾਰਾ ਗੱਡੀਆਂ ਕਹਿ ਲਓ ਆਪਾਂ, ਜਾਂ ਬੰਦ ਗੱਡੀਆਂ ਨੂੰ ਰੇੜੇ ਉੱਤੇ ਰੱਖ ਕੇ ਵਿਰੋਧ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਇੰਨਾ ਮਹਿੰਗਾ ਜਿਹੜਾ ਪੈਟਰੋਲ ਹੈਗਾ ਲੋਕਾਂ ਦੇ ਵਾਸਤੇ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਪਈ ਆ। ਕਿਉਂਕਿ ਲੋਕੀ ਕੋਈ ਕਰੇ ਕੀ, ਕਿਉਂਕਿ ਮਹਿੰਗਾਈ ਵੀ ਇੰਨੀ ਵੱਧ ਗਈ ਹੈ ਕਿ ਪੈਟਰੋਲ ਦੀ ਕੀਮਤਾਂ ਰੇਟ ਜਿਹੜੇ ਹੈਗੇ 105 ਰੁਪਏ ਹੋ ਗਏ ਆ। ਕਿਉਂਕਿ ਹਰ ਕੰਮ ਜਿਹੜਾ ਪੈਟਰੋਲ ਤੋਂ ਹੀ ਚੱਲਦਾ ਹੈਗਾ, ਚਾਹੇ ਬਾਈਕ ਦੀ ਗੱਲ ਕਰੀਏ, ਆਉਣ ਜਾਣ ਦੀ ਗੱਲ ਕਰੀਏ, ਕਿਤੇ ਸਫ਼ਰ ਦੀ ਗੱਲ ਕਰੀਏ, ਤੇ ਇਹਦੇ ਨਾਲ ਜਿਹੜਾ ਆਮ ਜਿਹੜਾ ਲੋਕਾਂ ਦੇ ਉੱਤੇ ਫਰਕ ਵੀ ਪਏਗਾ। ਲੇਕਿਨ ਅੱਜ ਤੁਹਾਨੂੰ ਇੱਕ ਇਹੋ ਜਿਹੇ ਵੀਰ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਤਕਰੀਬਨ ਮੋਟਰਸਾਈਕਲ ਦੇ ਨਾਲ ਜਿਹੜੀ ਇੱਕ ਇਹੋ ਜਿਹੀ ਕਾਢ ਦਿੱਤੀ ਹੋਈ ਆ, ਜਿਹੜੀ ਕਿ ਉਹ ਗੈਸ ਦੇ ਨਾਲ ਮਤਲਬ ਮੋਟਰਸਾਈਕਲ ਉਹ ਚੱਲੇਗਾ। ਔਰ ਵੱਡੀ ਗੱਲ ਹੈਗੀ, ਆਪਾਂ ਗੱਲਬਾਤ ਕਰਕੇ ਜਾਣਦੇ ਉਹਨਾਂ ਕੋਲੋਂ। ਤੇ 1 ਕਿਲੋ ਗੈਸ ਜੋ ਭਰੀ ਜਾਵੇ ਤੇ ਕਿੰਨੇ ਲੀਟਰ ਕਿੰਨੇ ਕਿਲੋਮੀਟਰ ਉਹ ਚੱਲੇਗਾ ਔਰ ਕਿਸ ਹਿਸਾਬ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜੀ ਗੱਲ ਆਈ। ਸਭ ਤੋਂ ਪਹਿਲਾਂ ਸਰ ਸਾਂਝਾ ਪੰਜਾਬ ਟੀਵੀ ਤੁਹਾਨੂੰ ਸਵਾਗਤ ਕਰਦਾ ਜੀ। ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਸਰ ਕੀ ਨਾਮ ਜੀ ਆਪਣਾ ਤੁਹਾਡਾ? ਸਰ ਮੇਰਾ ਨਾਮ ਚਰਨਜੀਤ ਸਿੰਘ ਆ। ਔਰ ਇਹ ਤੁਸੀਂ ਕਿੰਨੇ ਕੁ ਚਿਰ ਤੋਂ ਜਿਹੜਾ ਮਕੈਨੀਕਲ ਕੰਮ ਕਰਦੇ ਵੀ ਹੋ? ਇਹ ਭਾਜੀ ਮੈਂ 2004 ਤੋਂ ਮਕੈਨੀਕਲ ਦਾ ਕੰਮ ਕਰ ਰਿਹਾ ਹਾਂ।
ਤੇ ਵੀ ਜੀ ਜਿਹੜਾ ਤੁਸੀਂ ਆ ਇੱਕ ਨਵੀਂ ਕਾਢ ਦਿੱਤੀ ਹੋਈ ਆ ਕਿ ਪੈਟਰੋਲ ਦੇ ਉੱਤੇ ਜਿਹੜਾ ਹੈਗਾ ਸੀ ਮੋਟਰਸਾਈਕਲ ਹਮੇਸ਼ਾ ਅਜੇ ਤੱਕ ਅਸੀਂ ਦੇਖਦੇ ਆਏ ਹਨਾ, ਤੇ ਤੁਸੀਂ ਉਹਨੂੰ ਗੈਸ ਤੇ ਕਨਵਰਟ ਕਰਤਾ, ਇਹਦੇ ਬਾਰੇ ਥੋੜਾ ਵਿਸਤਾਰ ਪੂਰਵਕ ਦੱਸੋ ਜੀ। ਮੇਰੇ ਕਸਟਮਰ ਆਉਂਦੇ ਸੀ, ਪੈਟਰੋਲ ਮਹਿੰਗਾ ਹੋਣ ਕਰਕੇ ਉਹ ਮੇਰੇ ਕੋਲ ਕਾਰਬੋਰੇਟਰ ਦੀ ਸੈਟਿੰਗ ਕਰਵਾਉਣ ਆਉਂਦੇ ਸੀ, ਜਿਹਦੇ ਨਾਲ ਵੱਧ ਤੋਂ ਵੱਧ ਕਿਲੋਮੀਟਰ ਚੱਲ ਸਕੇ। ਕਾਫੀ ਸਰਚ ਕਰਨ ਤੋਂ ਬਾਅਦ ਇੱਕ ਗੈਸ ਕਿੱਟ ਦਾ ਆਈਡੀਆ ਆ, ਕਿਉਂਕਿ ਜਿਹੜੀ LPG ਗੈਸ ਆ ਬਹੁਤ ਘੱਟ ਖਰਚਾ ਆਉਂਦਾ ਉਹਦਾ। ਉਹ ਜਦ ਹੀ ਮੈਂ ਉਹ ਲਗਾਉਣੀ ਸ਼ੁਰੂ ਕੀਤੀ ਆ, 70% ਕਸਟਮਰ ਦੇ ਪੈਸੇ ਬਚਣੇ ਸ਼ੁਰੂ ਹੋ ਗਏ। ਕਸਟਮਰ ਖੁਸ਼ ਆ, ਸਮੂਥ ਡਰਾਈਵਿੰਗ ਕਰਦਾ, ਸਮੂਥ ਰਨਿੰਗ ਆ, ਬਿਲਕੁਲ ਪੈਟਰੋਲ ਦੀ ਤਰ੍ਹਾਂ 1 ਲੀਟਰ ਨਾਲ ਮਿਨੀਮਮ ਸਪਲੈਂਡਰ ਪਲੈਟੀਨਮ 100+ ਐਵਰੇਜ ਦੇ ਰਿਹਾ। ਮਤਲਬ 1 ਕਿਲੋ ਜਿਹੜੀ ਗੈਸ ਹੈਗੀ ਜੇ ਆਪਾਂ ਉਹ ਭਰੀ ਜਾਵੇ ਤਾਂ ਉਹਦੇ ਨਾਲ 100 ਤੋਂ ਪਲੱਸ ਜਿਹੜੀ ਐਵਰੇਜ ਹੁੰਦੀ ਪਈ ਹੈ। ਹਾਂਜੀ 100 ਤੋਂ ਪਲੱਸ ਐਵਰੇਜ ਦੇ ਰਹੇ ਆ। ਜਿਵੇਂ ਪਲੈਟੀਨਮ ਦਾ 120 ਦੇ ਲਗਭਗ ਦੇ ਰਹੇ ਆ, ਜੇ ਸਪਲੈਂਡਰ ਆ ਉਹ ਵੀ 100 ਤੋਂ ਪਲੱਸ ਐਵਰੇਜ ਦੇ ਰਹੇ ਆ। ਮੈਂ ਪਲਸਰ 180 ਤੇ ਦਿੱਤੀ, ਉਹ ਵੀ 75-80 ਦੀ ਐਵਰੇਜ ਦੇ ਰਿਹਾ। ਔਰ ਇਹ ਜਿਹੜਾ ਹੈਗਾ ਆ ਕਿ ਕਿਤਨਾ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਚੀਜ਼ ਆਈ ਤੇ ਉਸ ਤੋਂ ਬਾਅਦ ਖਰਚਾ ਕਿੰਨਾ ਕੁ ਲੱਗਦਾ ਹੈਗਾ ਜੀ, ਉਹ ਵੀ ਦੱਸੋ। ਸਰ ਇਹ ਦਿਮਾਗ 'ਚ ਆਈਡੀਆ ਇਹੀ ਸੀਗਾ ਕਿ ਕੁਝ ਅਜਿਹਾ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ, ਕਿਉਂਕਿ ਪੈਟਰੋਲ ਤੋਂ ਲੋਕ ਪਰੇਸ਼ਾਨ ਸੀ, ਖੁਦ ਵੀ ਬਹੁਤ ਪਰੇਸ਼ਾਨ ਸੀ। ਸਭ ਤੋਂ ਜ਼ਿਆਦਾ ਤਾਂ ਅਸੀਂ ਮਾਰਕੀਟ 'ਚ ਰਹਿਣਾ ਪੈਂਦਾ ਸੀ, ਇਹ ਕਰਕੇ ਦੀ LPG ਦੀ ਲੰਬੇ ਸਮੇਂ ਤੋਂ ਸਰਚ ਕਰਦੇ ਸੀਗੇ। ਕਾਫੀ ਮੁਸ਼ੱਕਤ ਆਈ ਸ਼ੁਰੂ ਤੋਂ, ਕੋਈ ਵੀ ਕੰਮ ਸ਼ੁਰੂ ਕਰਨਾ ਕਾਫੀ ਟਾਈਮ ਲੱਗਿਆ। ਉਦੋਂ ਬਾਅਦ ਕੰਮ ਸਖਾਲਾ ਹੁੰਦਾ ਗਿਆ। ਹੁਣ ਇੰਨਾ ਕੁ ਸਖਾਲਾ ਹੋ ਗਿਆ ਕਿ 2 ਘੰਟੇ 'ਚ ਫਿੱਟ ਕਰਕੇ ਕਸਟਮਰ ਨੂੰ ਭੇਜ ਦੇਈਦਾ। ਕਿੰਨਾ ਕੁ ਖਰਚਾ ਇਸ ਚੀਜ਼ ਦਾ ਹੁੰਦਾ ਜੀ? ਇਹ 'ਤੇ ਭਾਜੀ ਵਿਦ ਰਨਿੰਗ 5000 ਦਾ ਖਰਚਾ ਹੈ ਜੀ। ਉਹਦੇ ਵਿੱਚ ਟੋਟਲ ਹੀ ਜੋ ਬਾਕਸ ਤੋਂ ਲੈ ਕੇ LPG ਗੈਸ ਤੱਕ ਸਾਰਾ ਕੁਝ ਤਿਆਰ ਕਰਕੇ ਦਿੰਦੇ ਵਿਦ ਰਨਿੰਗ ਦਿੰਦੇ ਸੀ। ਔਰ ਕਿੰਨਾ ਕੁ ਸਮਾਂ ਲੱਗਦਾ ਜੀ ਇਸ ਚੀਜ਼ ਦੇ ਵਿੱਚ ਜਿਹੜਾ? ਇਹ 'ਤੇ 2 ਤੋਂ 2.5 ਘੰਟੇ ਲੱਗ ਜਾਂਦੇ ਫਿਟਿੰਗ ਕਰਦੇ ਆਂ। ਜੇ ਆਪਾਂ ਗੱਲ ਕਰੀਏ ਕਿ ਨਵਾਂ ਜਦੋਂ ਤੁਸੀਂ ਇਸ ਕੰਮ ਵਿੱਚ ਤਜਰਬਾ ਕਰਨਾ ਸ਼ੁਰੂ ਕੀਤਾ ਉਦੋਂ ਤਾਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ। ਭਾਜੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ, ਕਦੇ ਉਹਦੀ ਸਲੋ ਸੈਟਿੰਗ ਨਹੀਂ ਹੁੰਦੀ, ਕਦੇ ਉਹ ਪਾਵਰ ਨਹੀਂ ਜਨਰੇਟ ਕਰਦਾ, ਯਾਨੀ ਕਿ ਕਾਫੀ ਮਿਹਨਤ ਕਰਨੀ ਪਈ। ਮੈਂ ਫਸਟ ਟਾਈਮ ਜਿਹੜਾ ਬਾਈਕ ਕੀਤਾ, ਮੈਨੂੰ ਘੱਟ ਤੋਂ ਘੱਟ ਵੀ 3 ਦਿਨ ਲੱਗ ਗਏ ਉਹਦੇ 'ਤੇ, ਉਹਨੂੰ ਪੂਰੀ ਤਰ੍ਹਾਂ ਤਿਆਰ ਕਰਦਿਆਂ। ਇਹ ਚੀਜ਼ ਦਾ ਕੋਈ ਸਾਈਡ ਇਫੈਕਟ ਵੀ ਕੋਈ ਹੈਗਾ ਜਾਂ ਬਿਲਕੁਲ ਜੈਨੂਅਲ ਤਰੀਕੇ ਦੇ ਨਾਲ, ਮਤਲਬ ਕਿ ਇਹ ਗੱਡੀ ਵਾਸਤੇ ਗਾਂ ਵਾਸਤੇ ਫਾਇਦੇਮੰਦ ਹੈਗੀ ਚੀਜ਼? ਭਾਜੀ ਹੁਣ ਨਾਮੀ ਕੰਪਨੀਆਂ ਜਿਵੇਂ ਕੈਸਟਰੋਲ ਸਰਵੋ ਵਾਲੇ ਆ, ਇਹ ਹੁਣ ਡੱਬੇ 'ਤੇ ਰਿਕਮੈਂਡ ਕਰਕੇ ਭੇਜ ਰਹੇ ਆ ਵੀ ਫੋਰ ਪੈਟਰੋਲ CNG ਐਂਡ LPG ਵਹੀਕਲ, ਕਿਉਂਕਿ ਜੋ ਵੀ ਚੀਜ਼ ਮਾਰਕੀਟ 'ਚ ਆਉਣੀ ਹੁੰਦੀ ਆ ਉਹ ਤੋਂ ਪਹਿਲਾਂ ਕੰਪਨੀ ਰਿਕਮੈਂਡ ਕਰਨਾ ਸ਼ੁਰੂ ਕਰ ਦਿੰਦੀ ਹੈ। ਜਗਾੜੂ ਕੰਮ ਨੂੰ ਤੁਹਾਨੂੰ ਪਤਾ ਰਿਕਮੈਂਡ ਨਹੀਂ ਕਰ ਸਕਦੀ DOT ਕੰਪਨੀ। ਇਹਦੇ ਵਿੱਚ ਭਾਜੀ ਸੈਂਸਰ ਲੱਗਾ, ਵੈਕਮ ਦੇ ਥਰੂ ਚੱਲ ਰਿਹਾ ਏ। ਤੁਹਾਡਾ ਇੰਜਨ ਸਟਾਰਟ ਆ ਤੇ ਗੈਸ ਅੰਦਰ ਆਣੀ ਹੈ, ਤੁਹਾਡਾ ਇੰਜਨ ਆਫ ਆ ਤੇ ਗੈਸ ਆਫ ਆ, ਤੁਹਾਨੂੰ ਐਕਸਟਰਾ ਕੋਈ ਸਵਿਚ ਨਹੀਂ ਲੱਗਾ, ਨਾ ਤੁਹਾਨੂੰ ਕੋਈ ਬੰਦ ਕਰਨ ਦੀ ਜ਼ਰੂਰਤ ਆ, ਨਾ ਤੁਹਾਨੂੰ ਔਨ ਕਰਨ ਦੀ ਜ਼ਰੂਰਤ ਆ। ਜੇ ਆਪਾਂ ਵੀ ਜੀ ਗੱਲ ਕਰੀਏ ਕਿ ਗੈਸ ਜਿਹੜੀ ਹੈਗੀ ਆ ਗਾਂ ਸਰਦੀਆਂ ਦਾ ਮੌਸਮ ਆ ਰਿਹਾ, ਉਹਦੇ ਜੇ ਠੰਡੀ ਹੋ ਜਾਂਦੀ ਹੈਗੀ, ਜਿਸ ਤਰ੍ਹਾਂ ਆਮ ਆਪਾਂ ਗੱਡੀਆਂ ਦੀ ਗੱਲ ਕਰੀਏ ਕਿ ਗੱਡੀਆਂ ਠੰਡੀਆਂ ਹੋ ਜਾਂਦੀਆਂ ਹੈਗੀਆਂ ਹਨਾ, ਤੇ ਇਹਦੇ ਵਿੱਚ ਵੀ ਕੋਈ ਇਹੋ ਜਿਹੀ ਦਿੱਕਤ ਕੋਈ ਆਏਗੀ ਕੋਈ ਵੈਸੇ ਕਿ ਨਹੀਂ? ਨਹੀਂ ਸਰ, ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਇਹਦੇ 'ਚ ਜਿਹੜੇ 4 ਸਟ੍ਰੋਕ ਹੁੰਦੇ ਆ ਨਾ ਵਾਲ, ਇਹਨਾਂ ਦੇ ਵਿੱਚ ਇੰਨੀ ਸਪੇਸ ਹੁੰਦੀ, ਪ੍ਰੈਸ਼ਰ ਬਣਿਆ ਹੁੰਦਾ ਵਾ ਇਹਦੇ ਵਿੱਚ। ਉਹ ਜਦੋਂ ਵੈਕਮ ਦਾ ਪ੍ਰੈਸ਼ਰ ਜਾਂਦਾ ਵਾ, ਇਹ 5 ਕਿਲੋ ਨੂੰ 180 ਗ੍ਰਾਮ 'ਚ ਕਨਵਰਟ ਕਰ ਦਿੰਦਾ। 180 ਗ੍ਰਾਮ ਨੂੰ ਕੋਈ ਐਡਾ ਫਰਕ ਨਹੀਂ ਪੈਣਾ ਚਾਹੀਦਾ। ਭਾਜੀ ਜੇ ਆਪਾਂ ਗੱਲ ਕਰੀਏ ਜਿਹੜੀ LPG ਹੈਗੀ ਗੈਸ, ਇਹ ਤੇ ਚੁੱਲ੍ਹੇ ਵਾਸਤੇ ਵਰਤੀ ਗਈ, ਘਰਾਂ ਵਿੱਚ ਵਰਤਣ ਵਾਸਤੇ ਜਿਹੜੀ ਹੈਗੀ ਹੈ, ਕਿ ਤੁਸੀਂ ਇਸ ਚੀਜ਼ ਨੂੰ ਕਿਤਨਾ ਕਨਵਰਟ ਕਰ ਦਿੱਤਾ ਜੀ? ਇਹ ਸਰ ਚੁੱਲ੍ਹੇ ਤੋਂ ਇਲਾਵਾ ਵੀ ਜਿਵੇਂ ਕੈਸਟਰੋਲ ਕੰਪਨੀ ਹੈ, ਆ ਦੇਖੋ ਜੀ, ਦਿਖਾਓ ਆ, ਇਹ ਫੋਰ ਪੈਟਰੋਲ CNG ਐਂਡ LPG ਵਹੀਕਲ, ਇਹ ਉਹਨਾਂ ਨੇ LPG ਵਾਸਤੇ ਜੋ ਵੀ ਇਹਦੇ ਵਿੱਚ ਮਟੀਰੀਅਲ ਪੈਣਾ ਰਿਕਮੈਂਡ ਕਰਤਾ। ਠੀਕ ਹੈ, ਚੁੱਲ੍ਹੇ ਤੋਂ ਇਲਾਵਾ ਵੀ ਯੂਜ਼ ਹੁੰਦੀ ਆ ਬਾਈਕ ਦੇ ਵਿੱਚ। ਠੀਕ ਹੈ ਜੀ, ਇਹ ਗੱਡੀ ਦੇ ਵਿੱਚ ਵੀ, ਕਿਉਂਕਿ ਜੋ ਵੀ ਜਗਾੜੂ ਕੰਮ ਆ ਇਹਨੂੰ ਕੰਪਨੀ ਰਿਕਮੈਂਡ ਨਹੀਂ ਕਰ ਸਕਦੀ। ਹੁਣ ਆਪਾਂ ਜੇ ਚੁੱਲ੍ਹੇ ਦੀ ਗੱਲ ਕਰਦੇ ਹਾਂ, ਹੁਣ ਇਹੋ ਜਿਹਾ ਕਿਹੜਾ ਚੁੱਲ੍ਹਾ ਜਿਹਦੇ ਵਿੱਚ ਆਪਾਂ ਸਰਵਿਸ ਕਰਕੇ ਤੇਲ ਪਾਉਂਦੇ ਆ? ਬਿਲਕੁਲ ਇਹ ਭਾਜੀ ਇਹ ਜੈਨੂਅਨ ਚੀਜ਼ ਆ। ਇਹ ਤੁਸੀਂ ਇਹਦੇ ਵਿੱਚ ਫਿਲਟਰ ਦੀ ਯੂਜ਼ ਨਹੀਂ ਕਰਨਾ ਛੱਡਣਾ, ਖਾਲੀ ਇੰਜਨ ਆਇਲ ਚੇਂਜ ਕਰਨਾ ਵਾ। ਉਹ ਵੀ ਤੁਸੀਂ ਜਦੋਂ ਵੀ ਇੰਜਨ ਆਇਲ ਚੇਂਜ ਕਰਨਾ ਵਾ, ਕੈਸਟਰੋਲ ਲੈ ਲਓ, ਸਰਵੋ ਅਦਰ ਕੰਪਨੀ ਜਿਹੜੀ ਵੀ ਲੈਣੀ ਆ, ਆਪਾਂ ਲੈਣੀ ਆ ਫੋਰ ਪੈਟਰੋਲ CNG ਐਂਡ LPG ਵਹੀਕਲ। ਇਹੀ ਬਾਈਕ ਦੇ ਵਿੱਚ ਇੰਜਨ ਆਇਲ ਯੂਜ਼ ਕਰਨਾ ਚਾਹੀਦਾ। ਜਿਹੜੀ ਇਹ ਗੈਸ ਤੇ ਕਿੱਟ ਲੱਗਦੀ ਆ, ਉਹ ਕਿਵੇਂ ਲੱਗਦੀ ਹੈ? ਕਿਹੜੀ ਸਮਾਨ ਜਿਹੜੀ ਕੀ ਵਰਤੀ ਜਾਂਦੀ ਹੈ ਭਾਜੀ? ਭਾਜੀ ਜਿਹੜੀ ਮੋਟਰਸਾਈਕਲ ਤੇ ਗੈਸ ਕਿੱਟ ਲੱਗਦੀ ਆ, ਸਭ ਤੋਂ ਪਹਿਲਾਂ ਤੇ ਇਹ ਆਉਂਦਾ ਇੱਕ ਇਹਦਾ ਸਿਲੰਡਰ ਆ ਜੀ। ਇਹਦਾ ਖਾਲੀ ਦਾ weight ਹੈਗਾ 4 ਕਿਲੋ ਤੇ ਇਹ 'ਚ 3 ਕਿਲੋ ਗੈਸ ਸਟੋਰ ਹੁੰਦਾ ਜੀ। ਇਹਦੇ ਉੱਤੇ ਲੱਗਦਾ ਜੀ ਇੱਕ ਲੋ ਪ੍ਰੈਸ਼ਰ ਰੈਗੂਲੇਟਰ, ਦੂਜਾ ਲੱਗਦਾ ਜੀ ਇਹਦੇ ਤੇ ਵੈਪੋਰਾਈਜ਼ਰ। ਠੀਕ ਹੈ ਜੀ, ਲੋ ਪ੍ਰੈਸ਼ਰ ਨੇ ਆਪਾਂ ਨੂੰ ਵੈਪੋਰਾਈਜ਼ਰ ਨੂੰ ਸਪਲਾਈ ਦੇਣੀ ਆ। ਇਹ ਵੈਪੋਰਾਈਜ਼ਰ ਆ, ਇਹ ਆਟੋ ਚੋਕ ਆ। ਇਹਦੇ ਵਿੱਚ ਸੈਂਸਰ ਲੱਗਾ ਹੋਇਆ ਜੀ। ਇੰਜਨ ਜਦੋਂ ਤੁਸੀਂ ਸਟਾਰਟ ਕਰਦੇ ਹੋ ਉਦੋਂ ਬਾਅਦ ਇਹਦੇ 'ਚ ਵੈਕਮ ਆਉਂਦਾ, ਵੈਕਮ ਜਦੋਂ ਆਉਂਦਾ ਉਦੋਂ ਬਾਅਦ ਇਹ 'ਚੋਂ ਗੈਸ ਜਾਣੀ ਸ਼ੁਰੂ ਹੁੰਦੀ। ਅਦਰਵਾਈਜ਼ ਤੁਸੀਂ ਜਦੋਂ ਵੀ ਇੰਜਨ ਆਫ ਕਰ ਦਿੰਦੇ ਹੋ ਇਹਨੂੰ ਵੈਕਮ ਦੀ ਸੁਵਿਧਾ ਬੰਦ ਹੋ ਜਾਂਦੀ ਤੇ ਆਪਣਾ ਇਹ ਗੈਸ ਬੰਦ ਹੋ ਜਾਂਦੀ ਆ। LPG ਦੇ ਵਿੱਚ
ਜਿਹੜੀ ਹੁੰਦੀ ਆ ਐਲਪੀਜੀ ਦਾ ਸਪਾਰਕ ਨਹੀਂ ਹੁੰਦਾ, ਉਹਨੂੰ ਬਾਹਰ ਤੋਂ ਆਕਸੀਜਨ ਲੈਣੀ ਪੈਂਦੀ ਆ। ਇਹ ਕਰਕੇ ਇਹਨੂੰ ਬਾਹਰ ਤੋਂ ਕੋਈ ਆਕਸੀਜਨ ਨਹੀਂ ਦੇਣੀ, ਆਪਾਂ ਇੰਜਨ ਦੀ ਆਕਸੀਜਨ ਨਹੀਂ ਦੇਣੀ ਆ। ਤੇ ਇਹਦੇ ਵਾਸਤੇ ਕੋਈ ਵੀ ਖਤਰਾ ਨਹੀਂ ਹੈਗਾ, ਕੋਈ ਵੀ ਬੇਫਿਕਰ ਹੋ ਕੇ ਚਲਾ ਸਕਦੇ ਆ। ਜੇ ਆਪਾਂ ਅਦਰਵਾਈਜ਼ ਗੱਲ ਕਰਦੇ ਆ ਵੀ ਇਹਦੀ ਨਾਲੀ ਲੱਗੀ ਹੋਈ ਆ ਇੰਜਨ ਨੂੰ, ਵੀ ਬੈਕ ਅੱਗ ਆ ਜਾਂਦੀ ਆ, ਸਵਾਲ ਕਰਦੇ ਆ ਮੇਰੇ ਨਾਲ, ਬੈਕ ਅੱਗ ਆ ਜਾਂਦੀ। ਤੇ ਸਭ ਤੋਂ ਜ਼ਿਆਦਾ ਤੇ ਅੱਗ ਪੈਟਰੋਲ ਨੂੰ ਪੈਂਦੀ ਆ, ਫਿਰ ਪੈਟਰੋਲ ਦੀ ਨਾਲੀ ਵੀ ਤਾਂ ਇੰਜਨ ਨੂੰ ਲੱਗੀ ਹੋਈ ਆ। ਇਹ ਕਰਕੇ ਪਿਸਟਨ ਤੇ ਵਾਲਾਂ ਦੇ ਵਿੱਚ ਜਿਹੜਾ ਗੈਪ ਹੁੰਦਾ ਨਾ, ਉਹਦੇ ਵਿੱਚ ਹੀ ਅੱਗ ਲੱਗਣੀ ਹੁੰਦੀ ਆ, ਨਾ ਉੱਪਰ ਜਾਣੀ ਆ ਨਾ ਥੱਲੇ ਜਾਣੀ ਆ। ਸਿਰਫ ਇਹਨੇ ਇੱਕ ਸਪਾਰਕ ਦਾ ਕੰਮ ਕਰਦਾ ਹੈ। ਜੇ ਗੱਲ ਕਰੀਏ ਆਪਾਂ ਇਹਦੀ ਸਰਵਿਸ ਦੀ, ਕਿ ਸਰਵਿਸ ਕਰਨੀ ਕਿਤਨਾ ਮੁਸ਼ਕਿਲ ਕੋਈ ਹੋਏਗੀ ਜਾਂ ਨੋਰਮਲ ਤਰੀਕੇ ਨਾਲ ਕੀਤੀ ਜਾਏਗੀ? ਨਹੀਂ ਸਰ, ਇਹਦੀ ਸਰਵਿਸ ਦਾ ਇਹ ਝੰਜਟ ਬਹੁਤ ਘੱਟ ਰਹਿ ਗਿਆ, ਕਿਉਂਕਿ ਉਹ ਪਹਿਲਾਂ ਜਿਹੜੇ ਅੱਜ ਤੋਂ ਪੁਰਾਣੇ ਸੀਗੇ ਉਹਨਾਂ ਦੇ ਵਿੱਚ ਨਾ ਸਵਿਚ ਲੱਗੇ ਹੋਏ ਸੀਗੇ, ਉਹ ਸਵਿਚ ਆਨ ਕਰਕੇ ਰੱਖਣਾ ਪੈਂਦਾ ਹੈ ਤੇ ਫਿਰ ਗੈਸ ਅੰਦਰ ਆਉਂਦੀ ਸੀ। ਇਹਦੇ ਵਿੱਚ ਸੈਂਸਰ ਲੱਗਾ ਹੋਇਆ, ਇਹ ਜੋ ਵੈਕਮ ਦੇ ਥਰੂ ਲੱਗਦੀ ਆ। ਇਹਦੀ ਨਾਮਾਤਰ ਸਰਵਿਸ ਆ, ਇਹਦਾ ਕੋਈ ਨਾ ਦਾ ਸਰਵਿਸ ਕਰਾਉਣ ਦੀ ਲੋੜ ਪੈਂਦੀ ਆ, ਬਹੁਤ ਨਾਮਾਤਰ ਖਰਚਾ ਰਹਿ ਜਾਂਦਾ ਇਹਦਾ ਵੈਪਰਾਈਜ਼ਰ ਦਾ। ਕਿ ਵੀ ਜੀ ਜੇ ਆਪਾਂ ਗੱਲ ਕਰੀਏ ਤੇ ਗੈਸ ਦੀ ਗੱਡੀਆਂ ਨੂੰ ਕੋਈ ਵੈਸੇ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮਤਲਬ ਕਿ ਇਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਮਤਲਬ ਕਿ ਬਲਾਸਟ ਵਗੈਰਾ ਹੋ ਸਕਦਾ ਜਾਂ ਕੋਈ ਨੁਕਸਾਨ ਹੋ ਸਕਦਾ ਹੈਗਾ ਆ, ਕਿ ਗੱਡੀ ਉੱਤੇ ਗੈਸ ਕੇਟ ਲਾਉਣ ਦੇ ਨਾਲ ਕੋਈ ਨੁਕਸਾਨ ਕੋਈ ਨਹੀਂ ਉਹਦਾ ਹੋਏਗਾ ਜੀ? ਕੋਈ ਬਿਲਕੁਲ ਭਾਜੀ, ਇਹਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ। 3 ਕਿਲੋ ਸਾਰਾ ਇਹਦਾ ਗੈਸ ਆ, ਇਹਦੇ 'ਚ 180 ਗ੍ਰਾਮ ਦਾ 'ਚ ਪ੍ਰੈਸ਼ਰ ਆ ਸਿਰਫ। 180 ਗ੍ਰਾਮ ਤਾਂ ਤੁਹਾਨੂੰ ਵੀ ਉਂਗਲ ਰੱਖਣ ਨਾਲ ਵੀ ਬੰਦ ਹੋ ਜਾਂਦਾ। ਦੂਜੀ ਗੱਲ ਭਾਜੀ, ਇਹਨੂੰ ਜਦ ਤੱਕ ਹਵਾ 'ਚ ਆਕਸੀਜਨ ਨਹੀਂ ਮਿਲੂਗੀ ਉਹਨਾਂ ਤੱਕ ਬਲਾਸਟ ਨਹੀਂ ਹੁੰਦਾ। ਪਹਿਲੀ ਗੱਲ ਤਾਂ ਤੁਹਾਨੂੰ ਇੱਕ ਸਵਾਲ ਦੇਵਾਂ ਵੀ ਅੱਜ ਤੱਕ ਸਿਲੰਡਰ ਕਦੀ ਫਟਿਆ ਨਹੀਂ, ਨਾ ਫਟਣਾ। ਉਹਦੇ ਵਿੱਚੋਂ ਗੈਸ ਨਿਕਲੂਗੀ, ਅੱਗ ਲੱਗ ਸਕਦੀ ਆ। ਕਦੇ ਨਾ ਤਾਂ ਸਿਲੰਡਰ ਕਦੀ ਅੱਜ ਤੱਕ ਫਟਿਆ ਤੇ ਨਾ ਫਟਣਾ। ਜੇ ਆਪਾਂ ਗੱਲ ਕਰੀਏ ਇਹਦੀ ਮਤਲਬ ਕਿ ਇਹ ਕੰਮ ਕਿਸ ਤਰ੍ਹਾਂ ਕਰਦੀ ਗਈ ਹੈ ਜੀ, ਕਿਸ ਹਿਸਾਬ ਦੇ ਨਾਲ ਮਤਲਬ ਕੰਮ ਕਰਦੀ ਗਈ ਹੈ? ਇਹ ਸਰ ਜੀ, ਇਹ ਲੋ ਪ੍ਰੈਸ਼ਰ ਆਈ ਵੈਪੋਰਾਈਜ਼ਰ ਦੇ ਵਿੱਚ, ਇਹ ਲੋ ਪ੍ਰੈਸ਼ਰ ਤੋਂ ਇਹਦੇ ਵਿੱਚ ਗੈਸ ਆਉਂਦੀ ਆ ਵੈਪੋਰਾਈਜ਼ਰ ਦੇ ਵਿੱਚ। ਉਦੋਂ ਬਾਅਦ ਇਹਦੇ ਵਿੱਚ ਇੱਧਰਲੇ ਬੰਨੇ ਵੈਕਮ ਲੱਗਾ ਹੁੰਦਾ। ਜਦੋਂ ਇਹਨੂੰ ਵੈਕਮ ਮਿਲਦਾ, ਉਦੋਂ ਬਾਅਦ ਇਹਦੇ ਵਿੱਚ ਦੀ ਬਟਰਫਲਾਈ ਵਿੱਚ ਦੀ ਗੈਸ ਪਾਸ ਹੋਣੀ ਸ਼ੁਰੂ ਹੁੰਦੀ ਹੈ ਜੀ। ਜਦ ਵੀ ਵੈਕਮ ਬੰਦ ਤੇ ਗੈਸ ਆਟੋਮੈਟਿਕਲੀ ਬੰਦ ਹੋ ਜਾਂਦੀ ਹੈ। ਹੁਣ ਤੱਕ ਤੁਸੀਂ ਕਿਹੜੀ ਗੱਡੀ ਨੂੰ ਜਿਹੜੀ ਗਈ ਇਹ ਕਿੱਟ ਲਗਾ ਚੁੱਕੇ ਹੋ? ਮੈਂ ਲਗਭਗ ਸਰ ਜੀ ਸਾਰੇ ਵਹੀਕਲਾਂ ਨੂੰ ਲਾਦਾ। ਮੈਂ ਪਲੈਟਨਾ, ਸਪਲੈਂਡਰ, CT100, ਪਲਸਰ, ਬੁਲਟ, ਐਕਟਿਵਾ, ਲਗਭਗ ਜੋ ਵੀ ਬ੍ਰਾਂਡ ਚੱਲ ਰਿਹਾ ਲਗਭਗ ਸਭ ਤੇ ਮੈਂ ਲਾਤੀ। ਘੱਟੋ ਘੱਟ ਮੈਂ ਮਿਨੀਮਮ 18 ਤੋਂ 20 ਕਿੱਟ ਲਗਾ ਚੁੱਕਾ। ਮਤਲਬ ਕਿ ਪ੍ਰਾਈਸ ਸੇਮ ਹੀ ਹੋਏਗਾ ਇਹਦਾ ਗੱਡੀ ਦਾ? ਹਾਂਜੀ, ਪ੍ਰਾਈਸ ਸੇਮ ਹੋਏਗਾ, ਸਿਰਫ ਫਿਟਿੰਗ ਦਾ ਫਰਕ ਵੱਖਰਾ ਹੁੰਦਾ, ਹਰ ਇੱਕ ਦਾ ਵੱਖਰਾ ਫਿਟਿੰਗ ਦਾ। ਗਾਹਕ ਕਸਟਮਰ ਇਹ ਪ੍ਰਾਈਸ ਸੇਮ ਆ ਜੀ। ਸਪਲੈਂਡਰ ਕਿੰਨੀ ਕੁ ਐਵਰੇਜ ਕੱਢਣ ਦਿਆ ਸੀ? ਸਪਲੈਂਡਰ ਭਾਜੀ ਜਿਹੜਾ 70-75 ਦੀ ਐਵਰੇਜ ਦਿੰਦਾ ਸੀਗਾ, ਉਹ 120 ਦੇ ਲਗਭਗ ਦੇਣ ਲੱਗ ਗਿਆ ਜੀ। ਉਹਦੇ ਵਿੱਚ ਉਹ 103 ਰੁਪਏ ਨਾਲ ਕੱਢਦਾ ਸੀਗਾ ਤੇ ਇਹ ਆਪਾਂ ਨੂੰ 55-56 ਰੁਪਏ ਨਾਲ ਕੱਢਣ ਲੱਗ ਗਿਆ। ਆਪਣੀ ਇੱਕ ਤਾਂ ਉਧਰੋਂ ਤੇ 35-40% ਆਪਾਂ ਨੂੰ ਪੈਸੇ ਉਧਰੋਂ ਬਚ ਗਏ, ਇੱਕ ਆਪਾਂ ਨੂੰ ਐਵਰੇਜ ਬਚ ਗਏ। ਇਸ ਕਰਕੇ ਆਪਾਂ ਨੂੰ 60 ਤੋਂ 70% ਪੈਸੇ ਸੇਵ ਹੋ ਜਾਂਦੇ ਆਪਣੇ। ਜੇ ਆਪਾਂ ਗੱਲ ਕਰੀਏ ਕਿ ਪਲਸਰ, ਬੁਲਟ ਤੇ ਉਹਨਾਂ ਦੀ ਐਵਰੇਜ ਵੈਸੇ ਬਹੁਤ ਘੱਟ ਹੁੰਦੀ ਹੈ ਨਾ, ਕਿ ਗੱਡੀ ਹੈਵੀ ਹੁੰਦੀ, ਉਹਦੇ ਵਿੱਚ ਕਿੰਨੀ ਕੁ ਐਵਰੇਜ ਵਿੱਚ ਤੁਸੀਂ ਤਜਰਬਾ? ਆਪਾਂ ਜੀ ਹਾਂਜੀ, ਇਹ ਪਲਸਰ ਆ ਸਾਹਮਣੇ 180 ਤੇ ਕੀਤੀ ਹੋਈ ਹੈ ਮੈਂ। ਇਹ 75 ਤੋਂ 80 ਦੀ ਐਵਰੇਜ ਦੇ ਰਿਹਾ ਵਾ ਜੀ। ਇਹ ਪਹਿਲਾਂ ਇਹਦੀ ਐਵਰੇਜ ਕੋਈ ਹੈਗੀ 30 ਤੋਂ 35 ਦੀ, ਹੁਣ ਇਹ 75 ਤੋਂ 80 ਦੀ ਐਵਰੇਜ ਦੇ ਰਿਹਾ ਆਰਾਮ ਸੇ। ਗੱਡੀ ਚੱਲਣ 'ਚ ਕਿਵੇਂ ਹੈਗੀ ਹੈ ਜੀ? ਸਰ ਜੀ ਤੁਸੀਂ ਚਲਾਓਗੇ ਉਹਨੂੰ, ਗੱਡੀ ਨੂੰ ਡਰਾਈਵਿੰਗ ਕਰਕੇ ਦੇਖਿਓ, ਸੇਮ ਪੈਟਰੋਲ ਦੀ ਜਗ੍ਹਾ ਚੱਲਦੀ ਆ। ਕੋਈ ਸਮੈਲ ਨਹੀਂ, ਕੋਈ ਉਹਨੂੰ ਚੱਲਣ 'ਚ ਪ੍ਰੋਬਲਮ ਨਹੀਂ। ਸਮੂਥ ਸਟਾਰਟਿੰਗ ਆ, ਸਮੂਥ ਡਰਾਈਵਿੰਗ ਆ। ਉਹ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਪਏ ਆ ਕਿ ਇਹਦੇ ਮਤਲਬ ਕਿ ਹਰੇਕ ਤਰ੍ਹਾਂ ਦੀ ਗੱਡੀ ਦੇ ਵਿੱਚ ਤੁਸੀਂ ਲਾ ਕੇ ਤਜਰਬਾ ਵੀ ਵੇਖ ਲਿੱਤਾ ਗਿਆ, ਲੇਕਿਨ ਜਿਹੜੀ ਮਤਲਬ ਗੱਡੀ ਦੇ ਹੁਣ ਜਦੋਂ ਦੀ ਤੁਹਾਡੀ ਵੀਡੀਓ ਵਾਇਰਲ ਹੋਈ ਹੈ, ਕਿੰਨੇ ਕੁ ਫੋਨ ਤੁਹਾਨੂੰ ਆ ਰਹੇ ਆ ਔਰ ਲੋਕਾਂ ਦੇ ਕਿਸ ਤਰ੍ਹਾਂ ਤੁਹਾਨੂੰ ਰੁਝਾਨ ਦੇਖਣ ਨੂੰ ਮਿਲਦਾ ਪਿਆ ਹੈ? ਸਰ ਪਹਿਲਾਂ ਤਾਂ ਮੈਂ ਆਪਣਾ YouTube ਚੈਨਲ ਸੀਗਾ, ਉੱਤੇ ਵੀਡੀਓ ਪਾਉਂਦਾ ਸੀਗਾ ਤੇ ਮੇਰੇ ਕੋਲ ਕਸਟਮਰ ਕਾਫੀ ਆਉਂਦੇ ਸੀ। ਅੱਜ ਦਾ ਕਿ ਮੇਰਾ ਨਿਊਜ਼ ਚੈਨਲ ਤੇ ਵੀਡੀਓ ਵਾਇਰਲ ਹੋਇਆ ਵੀ ਇੰਨਾ ਕੁ ਜ਼ਿਆਦਾ ਫੋਨ ਆਇਆ ਕਿ ਮੈਨੂੰ ਹੁਣ ਨੈਕਸਟ ਟਾਈਮ ਜਿਹੜੀਆਂ ਕਿੱਟਾਂ ਫਿੱਟ ਕਰ ਰਿਹਾ ਅੱਜ, ਉਹ ਮੈਨੂੰ ਫੋਨ ਆਫ ਕਰਕੇ ਕਰਨੀਆਂ ਪੈ ਰਹੀਆਂ ਵੀ ਮੇਰੀ ਵੀਡੀਓ ਮੀਡੀਆ ਪ੍ਰਚਾਰ ਨਾਲ ਮੇਰੀ ਇੰਨੀ ਕਸਟਮਰ ਹੋਰ ਵੱਧ ਗਏ ਆ ਜੀ। ਕਿਉਂਕਿ ਵੱਡੀ ਗੱਲ ਹਾਂਜੀ, ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਤੋਂ ਮੈਨੂੰ ਫੋਨ ਆ ਰਿਹਾ ਜੀ, ਇੱਥੋਂ ਤੱਕ ਵੀ ਯੂਪੀ, ਹਰਿਆਣੇ ਤੋਂ ਵੀ ਆ ਰਹੇ ਨੇ ਫੋਨ। ਕਿਉਂਕਿ ਵੱਡੀ ਗੱਲ ਹੈਗੀ ਆ ਕਿ ਕਿਉਂਕਿ ਇੱਕ ਜਿਹੜੀ ਪੈਟਰੋਲ ਦੀ ਸੇਵਿੰਗ ਤੇ ਹੈਗੀ ਆ, ਲੇਕਿਨ ਵੱਡੀ ਦੂਜੀ ਗੱਲ ਹੈਗੀ ਆ ਕਿ ਜਿਸ ਤਰ੍ਹਾਂ ਪੈਟਰੋਲ ਡੀਜ਼ਲ ਦੀ ਮਾਰ ਹਰੇਕ ਦੇ ਉੱਤੇ ਪੈਂਦੀ ਪਈ ਸੀ, ਉਹਦੇ ਨਾਲ ਪੈਸੇ ਵੀ ਬਚਦੇ ਹੈਗੇ ਆ। ਮਤਲਬ ਕਿ ਜੇ ਆਪਾਂ ਅੰਦਾਜ਼ਾ ਲਾਈਏ ਕਿ 103 ਅੱਜ 105 ਰੁਪਏ ਲੀਟਰ ਤੇਲ ਹੋ ਗਿਆ ਸ਼ਹਿਰਾਂ ਦੀ ਆਪਾਂ ਗੱਲ ਕਰੀਏ, ਤੇ ਇਹ 105 ਰੁਪਏ ਲੀਟਰ ਦੇ ਤੇਲ ਦੇ ਨਾਲ ਤਕਰੀਬਨ ਇਹ ਗੱਡੀ ਚੱਲਦੀ ਸਾਡੀ 50-55 ਆਸ-ਪਾਸ ਚੱਲਦੀ ਗਈ ਹੈ। ਔਰ ਇਹ ਸਾਨੂੰ ਕਿੰਨੇ ਦੀ ਕੋਸਟ ਪਏਗੀ ਕਿਲੋ ਜਿਹੜੀ ਗੈਸ, ਔਰ ਕਿੰਨੀ ਮਤਲਬ ਕਿ ਇਹ ਗੱਡੀ ਚੱਲਣ ਦੀ ਤੁਸੀਂ ਦੱਸ ਰਹੇ ਹੋ? ਇਹ ਭਾਜੀ ਆਪਾਂ ਨੂੰ ਕੋਸਟ ਪਏਗੀ ਕੋਈ 55-60 ਦੇ ਵਿੱਚ ਦੀ ਕੋਸਟ ਆ ਜੀ। ਤੇ ਇਹਦੇ ਵਿੱਚ ਪਲੱਸ ਪੁਆਇੰਟ ਕੀ ਹੈ, ਇਹਨੇ 100 ਪਲੱਸ ਐਵਰੇਜ ਦੇਣੀ ਆ ਆਪਾਂ ਨੂੰ। ਮਿਨੀਮਮ ਜਿੰਨਾ ਆਪਾਂ 100 ਰੁਪਏ ਨਾਲ ਪੈਟਰੋਲ ਤੇ ਏਰੀਆ ਕਵਰ ਕਰਦੇ ਨਾ, ਉਹਨਾਂ ਏਰੀਆ ਆਪਾਂ 30 ਰੁਪਏ 'ਚ ਕਵਰ ਕਰਕੇ ਆਵਾਂਗੇ ਜੀ। ਜਿਹੜਾ ਸਟੋਰ ਤੁਸੀਂ ਦਿਖਾਇਆ ਟੈਂਕੀ ਦੇ 'ਚ 3 ਕਿਲੋ ਗੈਸ ਹੁੰਦੀ ਹੈ ਜੀ? ਹਾਂਜੀ, ਇਹਦੇ ਵਿੱਚ 3 ਕਿਲੋ ਗੈਸ ਆਉਂਦੀ ਹੈ ਜੀ।
4 ਕਿਲੋ ਦਾ ਆਪਣਾ weight ਹੁੰਦਾ ਤੇ ਇਹਦੇ ਵਿੱਚ 3 ਕਿਲੋ ਗੈਸ ਆ। ਤੁਸੀਂ ਮੰਨ ਲਓ ਪਲੈਟਨਾ ਸਪਲੈਂਡਰ ਤੇ ਲਾਉਂਦੇ ਹੋ, ਤੁਹਾਡੇ ਕੋਲ ਮਿਨੀਮਮ ਹਫ਼ਤਾ ਨਹੀਂ ਖਤਮ ਹੋਣੀ ਹੈ ਜੀ। ਉੱਦਾਂ ਆਪਾਂ ਹਫ਼ਤਾ ਪੈਟਰੋਲ ਤੇ ਚਲਾਉਣਾ ਹੋਵੇ ਤਾਂ ਆਪਣਾ 700-800 ਰੁਪਏ ਦਾ ਖਰਚਾ, ਇਹਦੇ ਵਿੱਚ ਆਪਣੀ ਗੈਸ ਤੇ ਕੋਈ ਮਿਨੀਮਮ 170-75 ਰੁਪਏ ਦੀ ਪੈ ਜਾਣੀ ਹੈ ਜੀ। ਭਾਜੀ ਜੇ ਆਪਾਂ ਗੱਲ ਕਰੀਏ ਤੇ ਜਿਸ ਤਰ੍ਹਾਂ ਕਾਰ ਦੇ ਜਿਹੜੀ ਗੈਸ ਤੇ ਹੁੰਦੀ ਸੀ ਤੇ ਉਹ ਜਦੋਂ ਗੱਡੀ ਲੰਘਦੀ ਹੁੰਦੀ ਸੀ ਕਿ ਗੈਸ ਦੀ ਸਮੈਲ ਆਉਂਦੀ ਹੁੰਦੀ ਸੀ, ਹੁਣ ਮੋਟਰਸਾਈਕਲ ਵੀ ਆਪਾਂ ਗੈਸ ਤੇ ਆਪਾਂ ਕਰਨ ਦੀ ਜਿਹੜੀ ਕਿੱਟ ਲਗਾ ਦਿੱਤੀ ਹੈਗੀ, ਇਹਨਾਂ ਸਮੈਲ ਫਿਰ ਸਾਨੂੰ ਆਏਗੀ ਤੁਰੇ ਜਾਂਦੇ ਨੂੰ ਕਿਸੇ ਨੂੰ ਨਹੀਂ? ਸਰ ਜਿਹੜੀ ਪਹਿਲਾਂ ਗੱਡੀਆਂ ਹੁੰਦੀਆਂ ਸੀ ਨਾ, ਉਹਨਾਂ ਦੇ ਨਾ ਸਵਿੱਚ ਲੱਗਾ ਹੁੰਦਾ ਸੀਗਾ, ਉਹ ਸਵਿੱਚ ਜਦੋਂ ਔਨ ਕਰ ਦਿੰਦੇ ਸੀ ਨਾ ਆਪਾਂ ਤੇ ਉਹ ਗੈਸ ਆਣੀ ਸ਼ੁਰੂ ਹੋ ਜਾਂਦੀ। ਉਹ ਤੋਂ ਬਾਅਦ ਤੁਸੀਂ ਸਲੋ ਕਰਦੇ ਸੀ, ਗੈਸ ਤੁਹਾਡੀ ਉਨੀ ਆ ਰਹੀ, ਤੁਸੀਂ ਤੇਜ਼ ਕਰਦੇ ਤੁਹਾਡੀ ਗੈਸ ਉਨੀ ਆ ਰਹੀ, ਜਿੰਨੀ ਉਹ ਸਾੜਦੀ ਬਾਕੀ ਉਹ ਸਲੈਂਸਰ ਰਾਹੀਂ ਬਾਹਰ ਕੱਢ ਦਿੰਦੀ, ਉਹ ਸਮੈਲ ਆਉਂਦੀ ਸੀ। ਇਹਦੇ ਵਿੱਚ ਭਾਜੀ ਇਦਾਂ ਦਾ ਕੁਝ ਨਹੀਂ, ਇਹਦੇ 'ਚ ਵੈਪੋਰਾਈਜ਼ਰ ਜਿਹੜੇ ਲੱਗੇ ਹੋਏ ਆ, ਇਹ ਵੈਕਮ ਦੇ ਲੱਗੇ ਹੋਏ ਆ। ਇਹਦੇ ਵਿੱਚ ਤੁਸੀਂ ਐਕਸੀਲੇਟਰ ਘੱਟ ਕਰ ਦਿਓ ਤੁਹਾਡੀ ਗੈਸ ਘੱਟ ਜਾਂਦੀ, ਐਕਸੀਲੇਟਰ ਬੰਦ ਕਰ ਦਿਓ ਤੁਹਾਡੀ ਗੈਸ ਬੰਦ ਗਈ। ਐਕਸਟਰਾ ਗੈਸ ਇੰਜਨ ਦੇ ਵਿੱਚ ਜਾਣੀ ਨਹੀਂ, ਕਿਉਂਕਿ ਐਕਸਟਰਾ ਗੈਸ ਜਾਊਗੀ ਤਾਂ ਬਾਹਰ ਨਿਕਲੂਗੀ ਤਾਂ ਸਮੈਲ ਆਊਗੀ। ਉਹਨੇ ਉਨੀ ਹੀ ਗੈਸ ਲੈਣੀ ਜਿੰਨੀ ਉਹਨੇ ਸਾੜਨੀ ਆ, ਤੇ ਇਸ ਕਰਕੇ ਕੋਈ ਸਮੈਲ ਨਹੀਂ ਆਊਗੀ। ਠੀਕ ਹੈ ਜੀ, ਕੋਲ ਖੜ ਕੇ ਦੇਖ ਲਿਓ, ਕੋਈ ਸਮੈਲ ਨਹੀਂ ਆਉਂਦੀ ਉਹ 'ਚੋਂ ਜੀ। ਜਿਹੜੀ ਗੈਸ ਭਰਨ ਦੇ ਵਿੱਚ ਕੋਈ ਦਿੱਕਤ ਕਿ ਨਹੀਂ ਹੁੰਦੀ, ਕਿਸ ਤਰ੍ਹਾਂ ਭਰੀ ਜਾਂਦੀ ਆ? ਇਹ ਭਾਜੀ ਬੜਾ ਆਸਾਨ ਤਰੀਕਾ ਜੀ। ਇਹ ਵੀ ਕਸਟਮਰ ਮੇਰੇ ਕੋਲ ਕਾਫੀ ਸਵਾਲ ਕਰਦੇ ਆ। ਸਭ ਤੋਂ ਵੱਡੀ ਸਵਾਲ ਇਹੀ ਹੁੰਦਾ ਕਿ ਗੈਸ ਕਿਵੇਂ ਗੈਸ ਭਰਾਂਗੇ ਘਰ 'ਚ ਅਸੀਂ, ਤੇ ਉਹਨਾਂ ਨੂੰ ਇਹ ਦੇਈਦੇ ਆ ਹਾਈ ਪ੍ਰੈਸ਼ਰ ਰੈਗੂਲੇਟਰ ਆ। ਠੀਕ ਹੈ ਜੀ, ਇਹ ਹਾਈ ਪ੍ਰੈਸ਼ਰ ਰੈਗੂਲੇਟਰ ਆ। ਇਹ ਆਪਾਂ ਜਿਵੇਂ ਆਪਾਂ ਘਰੇ ਰੈਗੂਲੇਟਰ ਚੇਂਜ ਕਰਦੇ ਨਾ ਚੁੱਲ੍ਹੇ ਦਾ, ਬਸ ਸੇਮ ਹੀ ਰੈਗੂਲੇਟਰ ਚੇਂਜ ਕਰਨਾ। ਇੱਕ ਰੈਗੂਲੇਟਰ ਆਪਾਂ ਸਿਲੰਡਰ 'ਤੇ ਲਾ ਦੇਣਾ, ਦੂਜਾ ਰੈਗੂਲੇਟਰ ਇੱਥੇ ਲਾ ਦੇਣਾ। ਠੀਕ ਹੈ ਜੀ, 5 ਮਿੰਟ 'ਚ ਟੈਂਕੀ ਫੁੱਲ ਹੋ ਜਾਂਦੀ ਆ। ਜਦੋਂ ਟੈਂਕੀ ਫੁੱਲ, ਕੋਈ ਘਬਰਾਉਣ ਵਾਲੀ ਗੱਲ ਨਹੀਂ ਵੀ ਟੈਂਕ ਵੱਧ ਲੱਗ ਗਿਆ ਟਾਈਮ ਤੇ ਇਹਨੂੰ ਕੋਈ ਨੁਕਸਾਨ ਨਹੀਂ, ਆਪਣੇ ਆਪ ਇਹਨੇ ਬੰਦ ਕਰ ਦੇਣੀ। ਇੱਕ ਇਸ ਸਾਈਡ 'ਤੇ ਵਾਲ ਲੱਗਾ ਹੁੰਦਾ ਇਹਦੇ, ਠੀਕ ਹੈ ਜੀ, ਉਹ ਵਾਲ ਥੋੜ੍ਹੀ ਲਿਕਵਿਡ ਨਿਕਲਣਾ ਪੈਣਾ ਵਾ, ਅਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਹਾਡੀ ਟੈਂਕੀ ਫੁੱਲ ਹੋ ਗਈ ਆ। ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਆ। ਮਿਨੀਮਮ ਕੋਈ 5 ਤੋਂ 7 ਮਿੰਟ ਲੱਗਦੇ ਆ ਗੈਸ ਭਰਦੇ ਆ। ਵੱਡੇ ਵੀ ਜੀ ਇੱਕ ਵੱਡਾ ਸਵਾਲ ਹੈਗਾ ਆ ਕਿ ਮੰਨ ਲਓ ਆਪਾਂ ਗੱਡੀ ਦੇ ਵਿੱਚ 3 ਕਿਲੋ ਗੈਸ ਭਰ ਕੇ ਆਪਾਂ ਗੱਡੀ ਵਹੀਕਲ ਚਲਾ ਰਹੇ, ਕਿਤੇ ਦੂਰ ਜਾ ਰਹੇ ਆ, ਉੱਥੇ ਸਾਡੇ ਕੋਲੋਂ ਜਿਹੜੀ ਗੈਸ ਹੈਗੀ ਆ ਉਹ ਨਹੀਂ ਮਤਲਬ ਅਵੇਲੇਬਲ ਹੈਗੀ, ਤੇ ਕੀ ਕਾਰ ਵਾਂਗੂ ਫਿਰ ਆਪਾਂ ਨੂੰ ਪੈਟਰੋਲ ਤੇ ਕਰਕੇ ਕੋਈ ਸੂਚੀ ਦੇ ਵਿੱਚ ਆਪਾਂ ਇਹਨਾਂ ਖਾਸ ਕੋਈ ਦਿੱਤਾ ਜਿੱਥੇ ਲੋਕ ਅਸੀਂ ਮੌਕੇ ਤੇ ਪੈਟਰੋਲ ਪਵਾ ਕੇ ਤੇ ਆਪਣਾ ਸਫ਼ਰ ਜਿਹੜਾ ਤੈਅ ਕਰ ਸਕੀਏ? ਸਰ ਗੱਲ ਇੱਦਾਂ ਕਿ ਤੁਸੀਂ ਗੈਸ 'ਤੇ ਇੰਜਨ ਚਲਾ ਰਹੇ ਹੋ, ਤੁਸੀਂ ਮਿਨੀਮਮ 1 ਲੀਟਰ ਵਿੱਚ ਪੈਟਰੋਲ ਸਟੋਰ ਕਰਕੇ ਰੱਖੋ। ਅਦਰਵਾਈਜ਼ ਤੁਸੀਂ ਕਿਤੇ ਜਾ ਰਹੇ ਹੋ, ਤੁਹਾਡੀ ਗੈਸ ਖਤਮ ਹੁੰਦੀ ਆ, ਤੇ ਤੁਸੀਂ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਤੁਸੀਂ ਖਾਲੀ ਆਪਣੇ ਟੈਂਕੀ ਤੋਂ ਪੈਟਰੋਲ ਔਨ ਕਰਨਾ ਵਾ, ਤੁਹਾਡਾ ਪੈਟਰੋਲ 'ਤੇ ਚੱਲ ਪੈਣਾ। ਮੈਂ ਦੋਨੋਂ ਚੀਜ਼ਾਂ 'ਤੇ ਰਨਿੰਗ ਕਰਕੇ ਦਿੰਦਾ ਜੀ, ਉਹਦੇ ਵਿੱਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ। ਖਾਲੀ ਤੁਸੀਂ ਆਪਣਾ ਟੈਂਕੀ ਤੋਂ ਤੇਲ ਔਨ ਕਰਨਾ ਵਾ ਤੇ ਤੁਹਾਡਾ ਪੈਟਰੋਲ 'ਤੇ ਰਨਿੰਗ ਹੋ ਜਾਣਾ ਆਪਣੀ। ਮਤਲਬ ਦੋਵੇਂ ਚੀਜ਼ਾਂ ਦਾ ਸੋਚ ਤੁਸੀਂ ਆਪਸ਼ਨ ਵਿੱਚ ਦਿੱਤੀ ਹੋਈ ਆ, ਚਾਹੇ ਤੁਸੀਂ ਗੈਸ ਤੇ ਚਲਾਓ ਚਾਹੇ ਤੁਸੀਂ ਪੈਟਰੋਲ ਤੇ ਚਲਾਓ। ਹਾਂਜੀ, ਦੋਨਾਂ ਦੀ ਆਪਸ਼ਨ ਦਿੱਤੀ ਹੋਈ ਆ ਵੀ ਕਿਉਂਕਿ ਕਸਟਮਰ ਦਾ ਧਿਆਨ ਰੱਖ ਕੇ ਇਹ ਚੀਜ਼ ਤਿਆਰ ਕਰਨ ਤੋਂ ਵੀ ਯਾਨੀ ਕਿ ਵਧੀਆ ਰਿਸਪੌਂਸ ਮਿਲਦਾ ਜੀ। ਜਦੋਂ ਦੋਨੋਂ ਚੀਜ਼ਾਂ ਦੇ ਸਭ ਤੋਂ ਵੱਡਾ ਸਵਾਲ ਤਾਂ ਇਹੀ ਗਾਹਕ ਦਾ ਹੁੰਦਾ ਕਿ ਬਾਈ ਚਾਂਸ ਜਿੱਦਾਂ ਤੁਸੀਂ ਸਵਾਲ ਕੀਤਾ ਕਿ ਮੇਰੀ ਕਿਤੇ ਦੂਰ ਗੈਸ ਖਤਮ ਹੋ ਗਈ ਤਾਂ ਮੈਂ ਫਿਰ ਕੀ ਕਰੂੰਗਾ, ਤੇ ਫਿਰ ਉਹਨਾਂ ਨੂੰ ਸਭ ਤੋਂ ਵੱਡਾ ਪਹਿਲਾਂ ਹੱਲ ਕਰਕੇ ਦੇਈਦਾ ਕਿ ਤੁਸੀਂ ਖਾਲੀ ਪੈਟਰੋਲ ਔਨ ਕਰਨਾ, ਤੁਹਾਡਾ ਪਹਿਲਾਂ ਦੀ ਤਰ੍ਹਾਂ ਰਨਿੰਗ ਪੈਟਰੋਲ 'ਤੇ ਚੱਲ ਪਏਗੀ। ਮਤਲਬ ਆਪਾਂ ਕਹਿ ਸਕਦੇ ਕਿ ਜਦੋਂ ਤੁਸੀਂ ਕਿੱਟਾਂ ਲਗਾਉਣੀ ਸ਼ੁਰੂ ਕੀਤੀਆਂ ਕਿ ਇਹਦੇ ਵਿੱਚ ਲੋਕਾਂ ਵਿੱਚ ਵੀ ਕਾਫੀ ਰੁਝਾਨ ਦੇਖਣ ਨੂੰ ਮਿਲਦਾ ਪਿਆ ਔਰ ਰਿਸਪੌਂਸ ਵੀ ਬਹੁਤ ਵਧੀਆ ਆਪਾਂ ਨੂੰ ਉਹ ਮਿਲਦਾ ਪਿਆ ਹੈਗਾ, ਕਿਉਂਕਿ ਪੈਟਰੋਲ ਦੀ ਬਚਤ ਤੇ ਹੁੰਦੀ ਪਈ ਆ, ਨਾਲ ਇੱਕ ਨਵੀਂ ਤਕਨੀਕ ਵੀ ਇੱਕ ਕਾਢ ਕੱਢੀ ਗਈ ਹੈ। ਬਿਲਕੁਲ ਜੀ, ਬਿਲਕੁਲ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਤੁਸੀਂ ਪੈਸਾ ਬਚਾ ਲਿਆ ਤੇ ਸਮਝ ਲਓ ਕਮਾ ਲਿਆ। ਅੱਜ ਕੱਲ੍ਹ ਮਿਨੀਮਮ ਇੰਨੀ ਸੇਵਿੰਗ ਮੇਰੇ ਹਿਸਾਬ ਨਾਲ ਨਹੀਂ ਕਿਤੇ ਹੋ ਰਹੀ, 70% ਸੇਵਿੰਗ ਹੋ ਰਹੀ ਹੈ ਜੀ। 100 ਰੁਪਏ ਦਾ ਪੈਟਰੋਲ ਦਾ ਏਰੀਆ ਕਵਰ ਕਰਦੇ 30 ਰੁਪਏ 'ਚ ਕਰ ਰਹੇ ਹੋ ਤੁਸੀਂ, ਤੇ ਤੁਹਾਡੇ 70 ਰੁਪਏ 100 ਪਿੱਛੇ ਬਚ ਰਹੇ ਆ ਤੁਹਾਡੇ। ਮੇਰੇ ਕੋਲ ਇੱਕ ਕਸਟਮਰ ਆਇਆ ਜੀ, ਉਹ ਡੇਲੀ 200 ਦੇ ਕਰੀਬ ਉਹ ਔਨਲਾਈਨ ਦਾ ਕੰਮ ਕਰਦਾ ਸੀਗਾ, ਡੇਲੀ 200 ਦੇ ਕਰੀਬ ਕਰਦਾ ਸੀਗਾ। ਉਹਦਾ 6000 ਦਾ ਖਰਚਾ ਦੱਸਦਾ ਮੈਨੂੰ। ਮੈਂ ਉਹਦੇ ਨਾਲ ਤੁਹਾਡੀ ਨੰਬਰ ਵੀ ਹੈਗਾ, ਗੱਲ ਵੀ ਕਰਵਾ ਦੂੰਗਾ। ਉਹਦਾ 1500 ਰੁਪਏ ਦਾ ਖਰਚਾ ਰਹਿ ਗਿਆ ਭਾਜੀ, ਉਹਨੂੰ 4500 ਰੁਪਇਆ ਪਹਿਲੇ ਮਹੀਨੇ ਸੇਵ ਹੋ ਗਿਆ। ਤੇ ਉਹ ਭਾਜੀ ਇੰਨਾ ਖੁਸ਼ ਆ, ਉਹ 3 ਬਾਈਕ ਲੈ ਕੇ ਹੋਰ ਆ ਰਿਹਾ ਜਲੰਧਰ ਕੈਂਟ ਤੋਂ। ਕੀ ਮੈਸੇਜ ਦੇਣਾ ਚਾਹੁੰਦੇ ਆਮ ਲੋਕਾਂ ਨੂੰ? ਭਾਜੀ ਮੈਂ ਤਾਂ ਕਹਿੰਦਾ ਵੀ ਖਿਆਲ ਰੱਖੋ, ਪੈਟਰੋਲ ਦੀ ਜਗ੍ਹਾ ਆਪਾਂ ਗੈਸ 'ਤੇ ਕਰਾਈਏ। ਇੱਕ ਤਾਂ ਕਾਫੀ ਹੱਦ ਤੱਕ ਆਪਣੀ ਸੇਵਿੰਗ ਆ, ਠੀਕ ਹੈ ਜੀ, ਇੱਕ ਸਮੂਥ ਚੱਲੂਗਾ, ਸੇਮ ਪੈਟਰੋਲ ਦੀ ਤਰ੍ਹਾਂ ਚੱਲਣਾ। ਅੱਜ ਦੇ ਸਮੇਂ 'ਚ, ਅੱਜ ਦੀ ਮਹਿੰਗਾਈ ਦੇ ਸਮੇਂ 'ਚ ਆਪਾਂ 2 ਰੁਪਏ ਪੈਟਰੋਲ ਵੱਧਦਾ ਆਪਾਂ ਨਾਅਰੇ ਲਾਉਂਦੇ ਹਾਂ, ਠੀਕ ਆ। ਆਪਾਂ ਕਿਉਂ ਨਾ ਹੋਵੇ 105 ਰੁਪਏ ਵਾਲਾ ਤੇਲ ਜਿਹੜਾ ਆਪਾਂ 55 ਰੁਪਏ 'ਚ ਲੈ ਲਈਏ, ਠੀਕ ਹੈ ਜੀ। ਤੇ ਭਾਜੀ ਆਪਣੀ ਦੁਕਾਨ ਕਿੱਥੇ ਹੈਗੀ, ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਕਿ ਤੁਸੀਂ ਥੋੜਾ ਆਪਣਾ ਐਡਰੈਸ ਦੱਸ ਦੋਗੇ, ਤੁਹਾਡੇ ਨਾਲ ਸੰਪਰਕ ਕਰ ਸਕਦਾ ਉੱਥੇ? ਸਰ ਮੇਰੀ ਦੁਕਾਨ ਦਾ ਨਾਮ ਮਕੈਨੀਕਲ ਵਰਕਸ ਪੰਜਾਬ ਆ। ਇਹ ਅੱਡਾ ਧਾਰੜ ਪੈਂਦਾ ਏ, ਜੰਡਿਆਲਾ ਗੁਰੂ ਵੈਰਵਾ ਰੋਡ ਦੇ ਉੱਪਰ ਆ ਜੀ, ਡਿਸਟ੍ਰਿਕਟ ਅੰਮ੍ਰਿਤਸਰ ਹੈ ਜੀ।
ਹੁਣ ਅਸੀਂ ਗੱਲ ਕਰਦੇ ਹਾਂ ਸਰਦਾਰ ਦਲਜੀਤ ਸਿੰਘ ਹੁਣਾਂ ਨਾਲ, ਜਿਨ੍ਹਾਂ ਨੇ ਆਪਣੇ ਸਪਲੈਂਡਰ ਮੋਟਰਸਾਈਕਲ ਨੂੰ ਜਿਹੜਾ ਹੈਗਾ ਆ ਇਹ ਗੈਸ ਦੀ ਕਿੱਟ ਲਗਾਈ ਹੈ। ਉਹ ਜਾਣਦੇ ਆ ਜੀ ਕਿੰਨੇ ਕੁ ਪੈਸੇ ਲੱਗੇ ਸੀ ਔਰ ਇਹਨਾਂ ਦੀ ਗੱਡੀ ਕਿਵੇਂ ਚੱਲਦੀ ਪਈ ਹੈ। ਸਭ ਤੋਂ ਪਹਿਲਾਂ ਸਰ ਸਾਂਝਾ ਪੰਜਾਬ ਟੀਵੀ ਦਾ ਤੁਹਾਡਾ ਸਵਾਗਤ ਕਰਦਾ ਜੀ। ਧੰਨਵਾਦ ਤੁਹਾਡਾ ਜੀ। ਇਹ ਵੀ ਜੀ ਕੀ ਨਾਮ ਆ ਆਪਣਾ ਤੇ ਕਿਹੜੇ ਪਿੰਡ ਦੇ ਵਾਸੀ ਹੋ ਤੁਸੀਂ? ਇੱਥੇ ਆਏ ਹੋ ਕੀ ਮਤਲਬ ਗੱਡੀ ਨੂੰ ਕਰਵਾਇਆ? ਦਲਜੀਤ ਸਿੰਘ ਤਰਨਤਾਰਨ ਬੱਸ ਸਟੈਂਡ ਦੇ ਨੇੜੇ ਰਹਿਸ਼ ਆ। ਅਸੀਂ YouTube ਚੈਨਲ ਤੋਂ ਇਹਨਾਂ ਦੇ ਬਾਰੇ LPG ਬਾਈਕ ਬਾਰੇ ਨਾ ਸਰਚ ਕਰਦੇ ਰਹੇ। ਥੋੜ੍ਹੀ ਦੇਰ ਤੋਂ ਫਿਰ ਇਸ ਵੀਰ ਨਾਲ ਸਾਡਾ ਸੰਪਰਕ ਹੋਇਆ ਜੀ। ਇਹਨਾਂ ਨਾਲ ਨੰਬਰ ਅਸੀਂ YouTube ਤੋਂ ਲੈ ਕੇ ਤੇ ਇਹਨਾਂ ਤੱਕ ਪਹੁੰਚ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਜਿਹੜੀ LPG ਗੈਸ ਕਿੱਟ ਆ ਇਹ ਇਹਨਾਂ ਨੇ ਇੰਸਟਾਲ ਕਰਵਾਈ ਇਹਨਾਂ ਤੋਂ ਅਸੀਂ, ਤੇ ਉਹਦੇ ਮੁਤਲਕ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਇਹ ਵੀਰ ਵੱਲੋਂ ਵੀ, ਤੇ ਜਿਹੜੀ ਇਹਨਾਂ ਕਿੱਟ ਦਾ ਕੰਮ ਕੀਤਾ ਉਹਦੇ ਵੱਲੋਂ ਵੀ ਕਾਫੀ ਵਧੀਆ ਮਤਲਬ ਚੱਲ ਰਿਹਾ ਇਹਦਾ ਜੋ ਵੀ ਇਹਨਾਂ ਨੇ ਇੰਸਟਾਲ ਕਰਕੇ ਦਿੱਤਾ। ਕਿੰਨੇ ਕੁ ਪੈਸੇ ਲੱਗੇ ਆ ਜੀ ਇਹ ਚੀਜ਼? ਇਹ ਤੇ 5000 ਰੁਪਇਆ ਲਿਆ ਜੀ ਇਹਨਾਂ ਨੇ, ਤੇ ਬਾਕੀ ਪੂਰਾ ਕੰਪਲੀਟ ਮਤਲਬ ਰਨਿੰਗ ਤੱਕ ਗੈਸ ਵਗੈਰਾ ਸਾਰਾ ਕੁਝ ਫਿੱਟ ਸਾਰਾ ਹਰ ਚੀਜ਼ ਪੂਰੀ ਫਿਟਿੰਗ ਤੱਕ ਫੁੱਲ ਇੰਸਟਾਲ ਕਰਨ ਦੇ ਵਿੱਚ 5000 ਰੁਪਇਆ ਲਿਆ ਜੀ ਇਹਨਾਂ ਨੇ। ਤੇ ਕੋਈ 15-20 ਦਿਨ ਤੋਂ ਚਲਾ ਰਹੇ ਆ, ਬਹੁਤ ਮਜ਼ੇ ਨਾਲ ਚੱਲ ਰਿਹਾ, ਕੋਈ ਦਿੱਕਤ ਨਹੀਂ ਖਾਸ ਕਿਸੇ। ਕਿਹੜਾ ਮਾਡਲ ਤੁਹਾਡਾ ਮੋਟਰਸਾਈਕਲ ਹੈਗਾ ਸੀ ਔਰ ਪਹਿਲੋਂ ਕਿੰਨੀ ਐਵਰੇਜ ਕੱਢਦਾ ਸੀ? ਇਹ ਸਪਲੈਂਡਰ 2007 ਮਾਡਲ ਸੀ ਜੀ। ਇਹ ਸਿਰਫ 45 ਤੋਂ 50 ਦੀ ਲੋਕਲ ਐਵਰੇਜ ਕੱਢਦਾ ਸੀ। ਹੁਣ ਇਹ ਕਮ ਸੇ ਕਮ 90 ਤੋਂ ਉੱਪਰ 95 100 ਦੇ ਕਰੀਬ ਚੱਲਦਾ ਜੀ। 105 ਰੁਪਏ ਲੀਟਰ ਤੇਲ ਹੈਗਾ ਸੀ ਪੈਟਰੋਲ ਦਾ, ਉਦੋਂ ਤੁਹਾਡਾ ਮੋਟਰਸਾਈਕਲ 45 ਲੀਟਰ ਜਿਹੜਾ ਹੈਗਾ ਸੀ 1 ਕਿਲੋਮੀਟਰ ਚੱਲਦਾ ਹੈਗਾ ਸੀ। ਹੁਣ ਤਕਰੀਬਨ 55 ਰੁਪਏ ਦੇ ਆਸ-ਪਾਸ ਜਿਹੜੀ ਗੈਸ ਸਾਨੂੰ ਕਿਲੋ ਪੈਂਦੀ ਵੀ, ਉਹਦੇ ਨਾਲ ਕਿੰਨਾ ਤੁਸੀਂ ਚੱਲਦਾ ਆਪਣੇ ਬਾਰੇ ਦੱਸ ਦਿਓ ਥੋੜਾ ਜਿਹਾ। 55 ਕੁ ਪੈਸੇ 60 ਪੈਸੇ ਨਾ ਪਰ ਕਿਲੋਮੀਟਰ ਐਵਰੇਜ ਪੈਂਦੀ ਹੁਣ ਸਿਰਫ ਇਹਦੀ, ਜਿਹੜੀ ਪਹਿਲੇ 2 ਰੁਪਏ ਲਗਭਗ ਪੈਂਦੀ, 2 ਤੋਂ ਉੱਪਰ ਪੈਂਦੀ। ਕੀ ਕਹਿਣਾ ਚਾਹੋਗੇ? ਤਕਰੀਬਨ ਅੱਧੋ ਅੱਧ ਹੀ ਫਰਕ ਪੈ ਗਿਆ ਹੈਗਾ ਆ। ਅੱਗੇ ਤੋਂ ਬਾਅਦ 60% ਹੀ ਦਾ ਫਰਕ ਹੈ ਜੀ। 40-60 ਦੀ ਰੇਸ਼ੋ ਰਹਿ ਗਈ ਜੀ। ਅੱਗੇ 100% ਹੀ, ਹੁਣ 40 ਰੁਪਏ ਖਰਚ ਆਉਂਦਾ ਜੀ। ਇੰਨੀ ਮਹਿੰਗਾਈ ਦੇ ਵਿੱਚ ਇਸ ਵੀਰ ਨੇ ਇੱਕ ਨਵੀਂ ਕਾਰਡ ਕੱਢ ਦਿੱਤੀ, ਕੀ ਕਹਿਣਾ ਚਾਹੋਗੇ ਨਾ? ਬਹੁਤ ਵਧੀਆ ਜੀ। ਜਿਹੜੇ ਵੀ ਲੋਕ ਮਹਿੰਗਾਈ ਨਾਲ ਜੂਝ ਰਹੇ ਇਸ ਟਾਈਮ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ, ਉਸ ਦੇ ਮੁਤਲਕ ਬਹੁਤ ਹੀ ਵਧੀਆ ਚੀਜ਼ ਆ। ਸਹੀ ਤਰੀਕੇ ਨਾਲ ਇੰਸਟਾਲ ਕੀਤਾ ਜਾਵੇ ਤੇ ਮਜ਼ੇ ਲਓ, ਜਿੰਨੇ ਮਰਜ਼ੀ ਚਲਾਓ, ਖਰਚਾ ਬਹੁਤ ਕਮ ਹੈ ਜੀ। ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਸਪਲੈਂਡਰ ਨੂੰ ਵੀ ਇਹਨਾਂ ਨੇ ਲਗਾਇਆ, ਤਕਰੀਬਨ ਉਹ ਵੱਡੀ ਗੱਲ ਹੈਗੀ ਆ। ਹਰ ਇੱਕ ਗੱਡੀ ਨੂੰ ਲਾ ਕੇ ਦੇਖ ਲਿਆ, ਚਾਹੇ ਉਹ ਬੁਲਟ ਹੋਵੇ, ਪਲਸਰ ਹੋਵੇ, ਵੱਡੀ ਗੱਡੀਆਂ ਜਿਹੜੀ ਹੈਗੀਆਂ ਮੋਟਰਸਾਈਕਲ ਜਿਹਨੂੰ ਆਪਾਂ ਹੈਵੀ ਇੰਜਨ ਵੀ ਕਹਿੰਦੇ ਆ, ਉਹਨਾਂ ਨੂੰ ਵੀ ਲਗਾ ਕੇ ਵਧੀਆ ਤਰੀਕੇ ਨਾਲ ਹੈਗਾ ਉਹ ਕੰਮ ਕਰਦੇ ਪਏ। ਹਾਂਜੀ ਇੱਥੇ ਇਹਨਾਂ ਕੋਲ ਆਉਂਦਾ ਸਾਰੀਆਂ ਗੱਡੀਆਂ ਨੂੰ ਲਗਾਇਆ ਜੀ ਇਹਨੇ ਇੰਸਟਾਲ ਕੀਤੇ। ਹਰ ਗੱਡੀ ਨੂੰ ਇੰਸਟਾਲ ਹੋ ਜਾਂਦਾ ਜੀ। ਕੋਈ ਦਿੱਕਤ ਵਾਲੀ ਗੱਲ ਨਹੀਂ। ਅਸੀਂ ਕਿਸੇ ਗੱਡੀ 'ਚ ਨਹੀਂ ਕੰਮ ਕਰ ਰਿਹਾ, ਇਹੋ ਜਿਹੀ ਕੋਈ ਦਿੱਕਤ ਨਹੀਂ ਹੈਗੀ। ਇਹ ਸੀ ਸਾਡੇ ਵੀਰ ਜਿਹੜੇ ਕਿ ਜੰਡਿਆਲੇ ਗੁਰੂ ਦੇ ਵਿੱਚ ਇਹਨਾਂ ਦੁਕਾਨ ਹੈਗੀ ਆ। ਔਰ ਵੱਡੀ ਗੱਲ ਹੈਗੀ ਆ ਜਿਹੜਾ 105 ਰੁਪਏ ਰੇਟ ਜਿਹੜਾ ਪੈਟਰੋਲ ਦਾ ਰੇਟ ਅੱਜ ਹੋ ਚੁੱਕਾ ਹੈਗਾ ਆ। ਦੁਨੀਆ ਦੇ ਵਿੱਚ ਹਾਹਾਕਾਰ ਮਚੀ ਪਈ ਗਈ ਆ, ਲੇਕਿਨ ਇਸ ਵੀਰ ਨੇ ਇਹਦੇ ਜਜ਼ਬੇ ਨੂੰ ਸਲਾਮ ਕਰਦੇ ਆ ਕਿ ਇਸ ਵੀਰ ਨੇ ਜਿਹੜਾ ਹੈਗਾ ਕਿ ਨਵੀਂ ਕਾਰਡ ਕੱਢ ਦਿੱਤੀ ਗਈ ਆ। ਪੈਟਰੋਲ ਦੀ ਜਗ੍ਹਾ ਇਹਨਾਂ ਨੇ ਆਪਣੀ ਮੋਟਰਸਾਈਕਲ ਬਾਈਕ ਨੂੰ ਆਪਣਾ ਸਟਾਰਟਿੰਗ ਤੇ ਕਰਕੇ ਤੇ ਗੈਸ ਤੇ ਕਰ ਦਿੱਤੀ ਗਈ ਆ। ਔਰ ਵੱਡੀ ਗੱਲ ਹੈਗੀ ਆ ਕਿ ਗੈਸ ਤੇ ਕਰਨ ਦੇ ਨਾਲ ਤਕਰੀਬਨ ਕਾਫੀ ਜਿਹੜੀ ਰਾਹਤ ਜਿਹੜੀ ਕਿ ਲੋਕਾਂ ਨੂੰ ਮਹਿਸੂਸ ਹੁੰਦੀ ਪਈ ਹੈ, ਕਿਉਂਕਿ 105 ਰੁਪਏ ਲੀਟਰ ਤੇਲ ਹੈਗਾ ਸੀ ਪੈਟਰੋਲ, ਉਹ ਜਿਹੜੀ ਗੈਸ ਦੀ ਗੱਲ ਕਰੀਏ ਆਪਾਂ ਕਿ 55 ਰੁਪਏ ਕਿਲੋ ਦੇ ਆਸ-ਪਾਸ ਜਿਹੜੀ ਗੈਸ ਪੈਂਦੀ ਵੀ ਗਈ ਆ। ਔਰ 55 ਰੁਪਏ ਕਿਲੋ ਦੇ ਨਾਲ 100 ਕਿਲੋ 120 ਕਿਲੋਮੀਟਰ ਦੇ ਆਸ-ਪਾਸ ਗੱਡੀ ਉਹ ਚੱਲਦੀ ਗਈ ਹੈ। ਮਤਲਬ ਕਹਿ ਸਕਦੇ ਆਪਾਂ ਡਬਲ ਹੋ ਗਈ ਆ। ਪੈਟਰੋਲ ਦਾ ਜਿਹੜਾ ਸੇਵਿੰਗ ਤੇ ਹੁੰਦੀ ਵੀ ਗਈ ਆ, ਨਾਲ ਦੇ ਨਾਲ ਜਿਹੜਾ ਹੈਗਾ ਆ ਲੋਕਾਂ ਦੇ ਪੈਸੇ ਬਚਣ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਘਰ ਦੇ ਵਿੱਚ ਰਾਹਤ ਵੀ ਮਹਿਸੂਸ ਹੋਈ ਗਈ ਹੈ। ਜਿਸ ਕਿਸੇ ਨੇ ਵੀਰ ਨੇ ਮਿਲਣਾ ਹੋਵੇ, ਆਪਾਂ ਇਹਨਾਂ ਦਾ ਐਡਰੈਸ ਵੀ ਦੱਸ ਚੁੱਕੇ ਗਏ ਆ ਔਰ ਇਹਨਾਂ ਦੇ ਛੋਟ ਵੀ ਦਿਖਾ ਦੇਵਾਂਗੇ ਬਾਹਰੋਂ ਜਿਹੜਾ ਜਿੱਥੇ ਇਹਨਾਂ ਦੁਕਾਨ ਹੈਗੀ, ਮਿਲ ਕੇ ਜਿਹੜਾ ਹੈਗਾ ਆ ਆਪਣੀ ਉਹ ਗੱਡੀ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਉਹ ਗੈਸ ਤੇ ਉਹ ਕਰਵਾ ਸਕਦਾ ਹੈਗਾ। ਅੰਮ੍ਰਿਤਸਰ ਤੋਂ ਗੁਰਮੀਤ ਰਾਏ ਦੀ ਰਿਪੋਰਟ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।